ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਅੱਜ ਅਸੀਂ ਰਿਸ਼ੀ ਵਾਲਮੀਕ ਜੀ, ਭਗਤ ਵਾਲਮੀਕ ਜੀ ਦੀ ਸੰਪੂਰਨ ਕਥਾ ਸਰਵਣ ਕਰਾਂਗੇ, ਕਿਉਂਕਿ ਬਹੁਤ ਲੋਕ ਆ ਉਹਨਾਂ ਨੇ ਇਹ ਰਿਸ਼ੀ ਜੀ ਦਾ ਨਾਮ ਤਾਂ ਸੁਣਿਆ ਹੈ, ਭਗਤ ਵਾਲਮੀਕ ਜੀ ਦਾ, ਪਰ ਉਹਨਾਂ ਨੂੰ ਇਹਦਾ ਪੂਰਨ ਰੂਪ ਵਿੱਚ ਇਤਿਹਾਸ ਨਹੀਂ ਪਤਾ। ਕਈ ਸੰਗਤ ਦੇ ਮਨ ਵਿੱਚ ਇਹ ਸਵਾਲ ਵੀ ਆ, ਸ਼ੰਕਾ ਵੀ ਆ ਕਿ ਕਿਸੇ ਸਿੱਖ ਕਵੀ ਨੇ ਵਾਲਮੀਕ ਜੀ ਦੀ ਗੱਲ ਕੀਤੀ ਆ? ਤਾਂ ਬਿਲਕੁਲ ਜੀ, ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੈ। ਬਾਟੇ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾੜਾ, ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਝੋ ਤਾੜਾ। ਤਾਂ ਆਓ ਜੀ ਆਪਾਂ ਸਾਰੀ ਕਥਾ, ਇਹ ਵਾਲਮੀਕ ਜੀ ਰਿਸ਼ੀ ਜੀ ਦੀ ਕਥਾ ਕਿਵੇਂ ਆ, ਪਹਿਲਾਂ ਦਾ ਜੀਵਨ ਕਿੱਦਾਂ ਸੀ, ਬਾਅਦ ਵਿੱਚ ਕਿਵੇਂ ਇੱਧਰ ਆ ਗਏ ਭਗਤੀ ਵਾਲੇ ਮਾਰਗ ਤੇ, ਏਡੇ ਵੱਡੇ ਵਿਦਵਾਨ ਕਿਵੇਂ ਬਣ ਗਏ, ਰਮਾਇਣ ਦੇ ਕਰਤਾ ਕਿਵੇਂ ਹੋ ਗਏ, ਸਭ ਕੁਝ ਕਿਵੇਂ ਵਾਪਰਿਆ। ਸੰਪੂਰਨ ਕਥਾ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕਰੀਏ ਜੀ। ਭਾਈ ਗੁਰਦਾਸ ਜੀ ਕਹਿੰਦੇ ਪਹਿਲੀ ਆਪਦੀ ਉਮਰ ਵਿੱਚ ਨਾ ਇਹ ਵਾਲਮੀਕ ਜਿਹੜੇ ਸੀਗੇ ਬੰਧੇਲਖੰਡ ਦੇ ਜੰਗਲਾਂ ਵਿੱਚ ਰਾਹਮਾਰੀ ਕਰਕੇ ਆਪਣੇ ਮਾਤਾ ਪਿਤਾ ਪਰਿਵਾਰ ਦੀ ਪਾਲਣਾ ਕਰਦੇ ਹੁੰਦੇ ਸੀ। ਮਨੁੱਖਾਂ ਨੂੰ ਮਾਰ ਲੈਣਾ, ਲੁੱਟ ਲੈਣਾ, ਇਸ ਤਰ੍ਹਾਂ ਦੀ ਜ਼ਿੰਦਗੀ ਸੀ ਦੇਖੋ। ਤੇ ਇਹਨਾਂ ਵਾਸਤੇ ਬੰਦੇ ਨੂੰ ਮਾਰ ਦੇਣਾ ਮਾਮੂਲੀ ਜੀ ਗੱਲ ਸੀਗੀ, ਵੀ ਬੰਦਾ ਮਾਰਨਾ ਆਪਾਂ ਕਹਿੰਦੇ ਖੇਡ ਪਈ ਆ, ਪਰ ਇਹ ਮਾਰ ਦਿੰਦੇ ਸੀ। ਕਾਹਦੀ ਖਾਤਰ? 4 ਪੈਸਿਆਂ ਦੀ ਖਾਤਰ। ਇੱਕ ਦਿਨ ਇਸੇ ਜੰਗਲ ਵਿੱਚੋਂ ਦੀ ਸਪਤ ਰਿਸ਼ੀ ਮਰੀਚ, ਮਾਤਰ, ਪੁਲਾ, ਪੁਲਤਾਸ, ਕਰਤ, ਅੰਗ ਤੇ ਵਸਿਸ਼ਟ, ਬੜੇ ਪੜ੍ਹੇ ਲਿਖੇ ਵਿਦਵਾਨ, ਤੇ ਉਹ ਜਦੋਂ ਲੰਘਿਆ ਨਾ ਤੇ ਵਾਲਮੀਕ ਨੂੰ ਕੀ ਪਤਾ ਵੀ ਇਹ ਮਹਾਂਪੁਰਖ ਰੱਬ ਦੇ ਪਿਆਰੇ ਆ, ਵੀ ਪੜ੍ਹੇ ਲਿਖੇ ਨੇ। ਵਸਿਸ਼ਟ ਜਿਹੜੇ ਗੁਰੂ ਹਨ, ਰਿਸ਼ੀ ਬਹੁਤ ਜ਼ਿਆਦਾ ਵਿਦਵਾਨ ਸੀਗੇ, ਤੇ ਵਾਲਮੀਕ ਨੇ ਉਹਨਾਂ ਨੂੰ ਵੀ ਘੇਰਾ ਪਾ ਲਿਆ। ਸੁਭਾਅ ਸੀਗਾ ਜੀ, ਸੁਭਾਅ ਬੰਦੇ ਦਾ ਕਿੱਥੇ ਟਲਦਾ, ਆਦਤਾਂ ਪੱਕ ਜਾਂਦੀਆਂ ਨੇ, ਜਦੋਂ ਪੱਕ ਜਾਂਦੀਆਂ ਬੁੱਢੀਆਂ ਹੋ ਜਾਂਦੀਆਂ, ਇਹਨਾਂ ਨੂੰ ਬਦਲਣਾ ਬਹੁਤ ਔਖਾ ਹੈ। ਤਾਂ ਆਪਣਾ ਸੁਭਾਅ ਸੀ, ਜਦੋਂ ਉਹਨਾਂ ਨੂੰ ਘੇਰ ਲਿਆ। ਇਹ ਪ੍ਰਤਾਪੀ ਮਹਾਤਮਾ ਸੀਗੇ ਸਾਰੇ, ਇੱਕ ਨਹੀਂ ਦੋ ਨਹੀਂ, ਪੂਰੇ 7 ਸੀਗੇ। ਗੁਰੂ ਪਿਆਰਿਓ ਦੇਖੋ, ਮਰੀਚ ਦੀ ਆਪਣੀ ਕਮਾਈ ਆ, ਇਸ ਤਰ੍ਹਾਂ ਪੁਲਾ ਦੀ, ਪੁਲਤਾਸ ਦੀ, ਕਰਤ, ਅੰਗ ਤੇ ਵਸਿਸ਼ਟ ਦੀ। ਇੰਨਾ ਤੇਜ ਪ੍ਰਤਾਪ ਦੇਖ ਕੇ ਵਾਲਮੀਕ ਦਾ ਹਿਰਦਾ ਕੁਝ ਨਰਮ ਹੋ ਗਿਆ। ਮਹਾਤਮਾ ਜੀ ਕਹਿਣ ਲੱਗੇ, ਭਲਿਆ ਪੁਰਖਾ, ਤੂੰ ਲੁੱਟ ਮਾਰ ਕਿਉਂ ਕਰਦਾ? ਵਾਲਮੀਕ ਦਾ ਸਿੱਧਾ ਉੱਤਰ ਸੀਗਾ, ਬਿਲਕੁਲ ਡੰਡੇ ਵਾਂਗ, ਵੀ ਮੈਂ ਤਾਂ ਆਪਣੇ ਪਰਿਵਾਰ ਨੂੰ ਪਾਲਦਾ, ਵੀ ਹੋਰ ਮੇਰੇ ਕੋਲ ਚਾਰਾ ਹੀ ਨਹੀਂ ਕੋਈ। ਮਹਾਤਮਾ ਜੀ ਕਹਿਣ ਲੱਗੇ, ਫਿਰ ਭਾਈ ਇਹ ਤਾਂ ਚੰਗੀ ਗੱਲ ਨਹੀਂ, ਤੈਨੂੰ ਮਿਹਨਤ ਕਰਨੀ ਚਾਹੀਦੀ ਆ। ਮਹਾਤਮਾ ਜੀ ਕਹਿਣ ਲੱਗੇ, ਦੇਖੋ ਜੀ, ਜਿਹੜਾ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਵਿੱਚ ਆਨੰਦ ਆ, ਉਹ ਇਹਨਾਂ ਲੁੱਟਾਂ ਖੋਹਾਂ ਦੇ ਵਿੱਚੋਂ ਕਦੇ ਵੀ ਨਹੀਂ। ਮਾਰਨ ਨੂੰ ਲੋਚੈ ਘਣਾ, ਕੱਢ ਨਾ ਹੰਗੈ ਹੱਥ ਉਗਾੜਾ, ਸਤਿਗੁਰ ਮਨੁਆ ਰਾਖਿਆ, ਹੋਏ ਨਾ ਆਵੇ ਉੱਚੋ ਹਾੜਾ। ਤਾਂ ਇਹ ਚੀਜ਼ਾਂ ਜਿਹੜੀਆਂ ਤੂੰ ਕਰਦਾ, ਇਹ ਠੀਕ ਨਹੀਂ ਹੈਗੀਆਂ। ਮਹਾਤਮਾ ਜੀ ਕਹਿਣ ਲੱਗੇ, ਤੂੰ ਕਹਿਣਾ ਨਾ ਵੀ ਪਰਿਵਾਰ ਦੀ ਖਾਤਰ ਕਰਦਾ, ਤਾਂ ਪਹਿਲਾਂ ਘਰ ਜਾ ਕੇ ਪੁੱਛ ਕੇ ਆ, ਜਿਸ ਦਿਨ ਤੈਨੂੰ ਇਹ ਭੈੜੇ ਕਰਮਾਂ ਦੀ ਸਜ਼ਾ ਮਿਲੇਗੀ, ਕੀ ਤੇਰੇ ਪਰਿਵਾਰ ਦੇ ਮੈਂਬਰ ਤੇਰੀ ਸਜ਼ਾ ਵਿੱਚ ਹੱਥ ਵਟਾਉਣਗੇ? ਵਾਲਮੀਕ ਮਹਾਤਮਾ ਜੀ ਦਾ ਹੁਕਮ ਮੰਨਿਆ, ਕਿਉਂਕਿ ਇਹਨਾਂ ਰਿਸ਼ੀਆਂ ਦੇ ਚਿਹਰੇ ਉੱਪਰ ਤੇਜ ਹੀ ਇੰਨਾ ਸੀਗਾ, ਨਾਮ ਦੀ ਕਮਾਈ ਵਾਲੇ ਸੀ। ਹੁਕਮ ਮੰਨ ਕੇ ਘਰੇ ਪਹੁੰਚਿਆ। ਮਾਤਾ ਪਿਤਾ, ਘਰ ਵਾਲੀ, ਪੁੱਤਰ ਧੀਆਂ ਸਾਰਿਆਂ ਨੂੰ ਇਕੱਠੇ ਕਰ ਲਿਆ ਤੇ ਹੁਕਮ ਮੰਨਿਆ ਸੀਗਾ। ਕਹਿਣ ਲੱਗਾ, ਮੈਨੂੰ ਇਉਂ ਦੱਸੋ ਵੀ ਇਹ ਜਿਹੜੇ ਮੈਂ ਪਾਪ ਕਰਦਾ, ਲੋਕਾਂ ਦੇ ਗਲੇ ਵੱਢਦਾ, ਚੀਜ਼ਾਂ ਲੁੱਟ ਕੇ ਲਿਆਉਣਾ, ਤੁਹਾਨੂੰ ਪਾਲਦਾ, ਮੈਨੂੰ ਦੱਸੋ ਜਦੋਂ ਜਮਾਂ ਵੱਲੋਂ ਮਾਰ ਪਊਗੀ ਤੁਸੀਂ ਮੇਰਾ ਸਾਥ ਦਓਗੇ, ਹਿੱਸਾ ਵੰਡਾਓਗੇ? ਇਹ ਉੱਤਰ ਸੁਣ ਕੇ ਸਾਰਾ ਪਰਿਵਾਰ ਕਹਿਣ ਲੱਗਾ, ਵੀ ਤੈਨੂੰ ਕੀ ਹੋ ਗਿਆ, ਅੱਜ ਕਿਹੋ ਜੀਆਂ ਗੱਲਾਂ ਕਰਨ ਲੱਗ ਪਿਆ? ਅਸੀਂ ਤਾਂ ਰੋਟੀ ਖਾਣੀ ਆ, ਅਸੀਂ ਤੈਨੂੰ ਕਦੋਂ ਆਖਿਆ ਵੀ ਤੂੰ ਲੁੱਟ ਮਾਰ ਕੇ ਸਾਨੂੰ ਭੋਜਨ ਛਕਾ? ਬਾਕੀ ਜਮਾਂ ਦੀ ਫਾਹੀ ਵਿੱਚੋਂ ਅਸੀਂ ਤੈਨੂੰ ਬਿਲਕੁਲ ਨਹੀਂ ਛਡਾ ਸਕਦੇ, ਕਿਉਂਕਿ ਬੰਦੇ ਦਾ ਸਾਥ ਸ਼ਮਸ਼ਾਨ ਘਾਟ ਤੱਕ ਹੁੰਦਾ, ਕਬਰਸਤਾਨ ਤੱਕ ਹੁੰਦਾ, ਇਦੋਂ ਅੱਗੇ ਤਾਂ ਲੇਖਾ ਤੂੰ ਦੇਣਾ, ਇਹਨਾਂ ਪਾਪਾਂ ਦੀ ਸਜ਼ਾ ਤੂੰ ਇਕੱਲਾ ਹੀ ਭੋਗੇਗਾ। ਇਹ ਉੱਤਰ ਉਹਨੇ ਸੁਣਿਆ, ਕਦੇ ਦਿਮਾਗ ਹੀ ਨਹੀਂ ਸੀ ਗਿਆ ਇਸ ਪਾਸੇ। ਦੇਖੋ, ਪਾਪੀ ਬੰਦੇ ਨੂੰ ਫਿਰ ਉਦੋਂ ਪਾਪ ਹੀ ਪਿਆਰਾ ਲੱਗਦਾ।
ਇਹ ਚੀਜ਼ਾਂ ਵੱਲ ਕਿੱਥੇ ਧਿਆਨ ਜਾਂਦਾ ਜੀ। ਇੰਨਾ ਬੰਦਾ ਸੋਚਣ ਲੱਗ ਜੇ ਫਿਰ ਤਾਂ ਪਾਪ ਹੀ ਨਾ ਕਰੇ। ਹਿਰਦਾ ਕੰਬ ਗਿਆ ਉਹਦਾ। ਦੇਖੋ ਵੀ ਜਿਹੜੇ ਪਰਿਵਾਰ ਦੀ ਖਾਤਰ ਮੈਂ ਅੱਜ ਤੱਕ ਅਨੇਕਾਂ ਲੋਕਾਂ ਦਾ ਖੂਨ ਕੀਤਾ, ਮਾਇਆ ਲੁੱਟੀ, ਪਾਪਾਂ ਦੀਆਂ ਪੰਡਾਂ ਬੰਨੀਆਂ, ਇਹ ਮੇਰੇ ਸਾਥੀ ਨਹੀਂ ਬਣੇ। ਮੈਨੂੰ ਇਕੱਲੇ ਨੂੰ ਪਾਪਾਂ ਦੇ ਫਲ ਭੁਗਤਣੇ ਪੈਣੇ ਆ ਤੇ ਮੈਂ ਇਹਨਾਂ ਦੀ ਖਾਤਰ ਪਾਪ ਕਿਉਂ ਕਰਾਂ। ਦੇਖੋ ਜੀ, ਮਨ ਬਦਲ ਗਿਆ। ਮਹਾਤਮਾ ਜੀ ਪਾਸ ਪੁੱਜਿਆ, ਉਹਨਾਂ ਦੇ ਰਿਸ਼ੀ ਜੀ ਦੇ ਪੈਰ ਫੜ ਲਿਆ, ਬੇਨਤੀਆਂ ਕਰਨ ਲੱਗਾ, ਮਹਾਤਮਾ ਜੀ ਹੁਣ ਮੈਥੋਂ ਜਿਹੜੀਆਂ ਗਲਤੀਆਂ ਹੋ ਗਈਆਂ ਉਹਨਾਂ ਵਾਸਤੇ ਰਸਤਾ ਵੀ ਦੱਸੋ ਜੀ। ਔਗਣ ਸਭ ਪ੍ਰਗਾਸਿਆਣ, ਰੋਜ਼ਗਾਰ ਹੈ ਇਹੋ ਅਸਾੜਾ, ਘਰ ਵਿੱਚ ਪੁੱਛਣ ਘੱਲਿਆ, ਅੰਤਕਾਲ ਹੈ ਕੋਈ ਅਸਾੜਾ, ਕੋੜ ਮੜਾ ਚੌਖੰਨੀਐ, ਕੋਈ ਨਾ ਬੇਲੀ ਕਰਦੇ ਝਾੜਾ, ਸੱਚ ਦ੍ਰਿੜਾਏ ਉਧਾਰਿਆਨ, ਟੱਪ ਨਿਖੱਥਾ ਉੱਪਰ ਵਾੜਾ, ਗੁਰਮੁਖ ਲੰਘੇ ਪਾਪ ਪਹਾੜਾ। ਤਾਂ ਇਹ ਧਾੜ ਵੀ ਬਣਿਆ ਹੋਇਆ ਸੀਗਾ ਵਾਲਮੀਕ ਰਿਸ਼ੀ। ਤਾਂ ਫਿਰ ਕਹਿਣ ਲੱਗੇ ਮੈਨੂੰ ਰਾਹ ਦਿਖਾਓ, ਤੇ ਵੱਡੇ ਭਾਗਾਂ ਨਾਲ ਅੱਜ ਦਰਸ਼ਨ ਹੋ ਗਏ ਆ। ਮਹਾਂਪੁਰਖੋ ਮੇਰਾ ਪਾਰ ਉਤਾਰਾ ਕਰਕੇ ਜਾਓ, ਇਹ ਪਾਪ ਮੇਰੇ ਸਿਰੋਂ ਕਿਵੇਂ ਲੈਣਗੇ। ਮੇਰੀ ਜ਼ਿੰਦਗੀ ਤਾਂ ਬੇਅਰਥੀ ਹੋ ਗਈ। ਬਹੁਤ ਨਿਮਰਤਾ ਪੂਰਵਕ ਤਰਲੇ ਮਿੰਨਤਾਂ ਕਰਨ ਲੱਗਾ। ਮਹਾਤਮਾ ਜੀ ਕਹਿਣ ਲੱਗੇ ਠੀਕ ਆ। ਰਾਮ ਨਾਮ ਦਾ ਉਪਦੇਸ਼ ਦਿੱਤਾ, ਆਖਿਆ ਅਹਿੰਸਾ ਤੇ ਕ੍ਰੋਧ ਦਾ ਤਿਆਗ ਕਰਕੇ ਰਾਮ 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 ਦਾ ਨਾਮ ਜਪਣਾ ਹੈ। ਫਿਰ ਦੁਬਾਰਾ ਜਦੋਂ ਅਸੀਂ ਆਵਾਂਗੇ ਤੈਨੂੰ ਤਤ ਗਿਆਨ ਦਾ ਉਪਦੇਸ਼ ਦੇ ਕੇ ਜਾਵਾਂਗੇ। ਇਸ ਪਿੱਛੋਂ ਮਹਾਤਮਾ ਜੀ ਚਲੇ ਗਏ। ਵਾਲਮੀਕ ਉਹ ਜਗ੍ਹਾ ਤੇ ਬੈਠ ਕੇ ਬੇਸਮਝੀ ਕਾਰਨ ਰਾਮ ਦੀ ਥਾਂ ਤੇ ਉਹ ਮਰਾ ਸ਼ਬਦ ਦਾ ਜਾਪ ਕਰਨ ਲੱਗ ਪਿਆ। ਭੁੱਲ ਗਿਆ ਵੀ ਰਿਸ਼ੀ ਜੀ ਕਿਹੜਾ ਜਾਪ ਦੇ ਕੇ ਗਏ। ਕਿਹਾ ਤਾਂ ਉਹਨਾਂ ਨੇ ਰਾਮ ਰਾਮ ਸੀਗਾ, ਉਹ ਜਿਹੜੇ ਅੱਖਰ ਸੀਗੇ ਨਾ ਤੇ ਉਹ ਅੱਗੇ ਪਿੱਛੇ ਕਰ ਦਿੱਤੇ ਜੀ। ਰਾਮ ਦੀ ਥਾਂ ਮਰਾ ਇਸ ਤਰ੍ਹਾਂ ਸ਼ਬਦ ਦਾ ਜਾਪ ਕਰਿਆ ਤੇ ਇਹਨੂੰ 12 ਸਾਲ ਬਤੀਤ ਹੋ ਗਏ। ਹੁਣ ਇੱਥੇ ਦੇਖੋ ਜੀ, 12 ਸਾਲ ਤਪੱਸਿਆ ਕੀਤੀ, ਘੋਰ ਤਪ ਕੀਤਾ। ਇਹ ਉਡੀਕ ਕਰਨਾ, ਕਈ ਵਾਰੀ ਜਦੋਂ ਆਪਾਂ ਨੂੰ ਕਿਸੇ ਦੀ ਉਡੀਕ ਕਰਨੀ ਪੈ ਜੇ, ਉਡੀਕ ਵਰਗਾ ਕੋਈ ਤਸੀਹਾ ਨਹੀਂ ਹੁੰਦਾ। ਇਹ 1-2 ਸਾਲਾਂ ਦੀ ਗੱਲ ਨਹੀਂ, ਪੂਰੇ 12 ਸਾਲ ਦੀ ਗੱਲ ਆ। ਜਦੋਂ 12 ਸਾਲ ਇਹ ਸਾਰੀਆਂ ਚੀਜ਼ਾਂ ਉੱਥੇ ਕਰ ਲਈਆਂ ਜੀ ਤੇ ਵਾਲਮੀਕ ਜੀ ਉਹ ਸਥਾਨ ਤੇ ਬੈਠ ਗਏ ਤੇ ਇਹ ਉਦਾਲੇ ਜਿਹੜੀ ਮਿੱਟੀ ਸੀ ਉਹਦੀ ਬਰਮੀ ਬਣ ਗਈ ਆ, ਘਾਹ ਫੂਸ ਉੱਗ ਗਿਆ। ਪਰ ਵਾਲਮੀਕ ਜੀ ਦੀ ਰਸਨਾ ਮਰਾ ਸ਼ਬਦ ਦਾ ਜਾਪ ਕਰਦੀ ਰਾਮ ਰਾਮ ਦਾ ਜਾਪ ਆਪਣੇ ਆਪ ਹੀ ਕਰਨ ਲੱਗ ਪਈ। ਭੋਲੇ ਭਾਏ ਮਿਲੇ ਰੁਗਰਾਇਆ। ਕਿਉਂਕਿ ਤੁਸੀਂ ਬੋਲ ਕੇ ਦੇਖਿਓ, ਮਰਾ ਜਦੋਂ ਕਹੀ ਚੱਲੋਗੇ ਆਪੇ ਹੀ ਉਹ ਰਾਮ ਬਣ ਜਾਏਗਾ। ਜਦੋਂ ਜ਼ਿਆਦਾ ਵਾਰ ਤੁਸੀਂ ਵਾਰ ਇਹਨੂੰ ਦੁਹਰਾਓਗੇ ਨਾ ਤੇ ਉਹ ਰਾਮ ਹੀ ਹੋਵੇਗਾ। ਤਾਂ ਉਹ ਇਸ ਤਰ੍ਹਾਂ ਭਾਈ, ਉਹ ਤਾਂ ਭੋਲੇ ਭਾਅ ਦੇ ਵਿੱਚ ਕਰ ਗਏ ਨਾ, ਵੀ ਨਹੀਂ ਪਤਾ ਸੀ, ਇੱਕ ਭੁੱਲ ਹੋ ਗਈ, ਪਰ ਉਹ ਰਾਮ ਹੀ ਜਪਿਆ ਗਿਆ। ਸੁਰਤ ਪ੍ਰਭੂ ਜੀ ਦੇ ਚਰਨਾਂ ਨਾਲ ਜੁੜ ਗਈ ਆ। ਰਾਹ ਮਾਰ ਧਾੜਵੀ, ਲੋਕਾਂ ਨੂੰ ਲੁੱਟਣ ਵਾਲਾ ਲਟੇਰਾ। ਵਾਲਮੀਕ ਇੱਕ ਆਤਮਾ ਮਹਾਤਮਾ ਬਣ ਗਿਆ, ਗਿਆਨੀ ਬਣ ਗਿਆ। 12 ਸਾਲ ਬੀਤ ਗਏ, ਪਿੱਛੋਂ ਮਹਾਤਮਾ ਜੀ ਆਏ। ਜਿਸ ਜਗ੍ਹਾ ਤੇ ਵਾਲਮੀਕ ਤਪੱਸਿਆ ਕਰਨ ਬੈਠਾ ਸੀ ਉਹਦੇ ਉੱਪਰ ਇੱਕ ਬਰਮੀ ਵੇਖੀ ਆ ਤੇ ਉੱਪਰ ਘਾਹ ਫੂਸ ਉੱਗਿਆ ਵੇਖਿਆ ਵੀ ਏਡੀ ਵੱਡੀ ਇਹ ਖੁੱਡ ਜੀ ਬਣੀ ਪਈ ਆ। ਬਹੁਤ ਹੈਰਾਨ ਹੋ ਗਏ, ਇੱਧਰ ਉੱਧਰ ਵੇਖਣ ਲੱਗੇ। ਅੰਤ ਉਹਨਾਂ ਬਰਮੀ ਨੂੰ ਢਾਉਣਾ ਸ਼ੁਰੂ ਕੀਤਾ। ਮਿੱਟੀ ਪਰਾ ਕਰਕੇ ਜਦੋਂ ਪਾਸੇ ਕੀਤੀ ਨਾ, ਹਟਾਈ ਆ। ਰਾਮ ਕਰ ਰਹੇ ਵਾਲਮੀਕ ਨੂੰ ਰਿਸ਼ੀ ਜੀ ਨੇ ਬਾਹਰ ਕਢਵਾਇਆ, ਵਸਿਸ਼ਠ ਜੀ ਨੇ, ਤੇ ਬਹੁਤ ਅਚਰਜ ਹੋਏ ਤੇ ਦੇਖਿਆ ਵੀ ਵਾਲਮੀਕ ਕਿੰਨਾ ਧੁੰਦਾ ਪੱਕਾ ਨਿਕਲਿਆ, ਬਚਨਾਂ ਦਾ ਸੱਚਾ ਨਿਕਲਿਆ। ਪੂਰਨ ਆਤਮ ਗਿਆਨ ਦੀ ਦਾਤ ਤਾਂ ਨੂੰ ਮਿਲ ਹੀ ਚੁੱਕੀ ਸੀ। ਮਹਾਤਮਾ ਜੀ ਨੇ ਸਾਰੇ ਮਹਾਂਪੁਰਖ ਜਿਹੜੇ ਸੀ ਪਿਆਰ ਸਤਿਕਾਰ ਨਾਲ ਅਸ਼ੀਰਵਾਦ ਦਿੱਤਾ, ਚੰਗੀਆਂ ਰੂਹਾਂ ਸੀ, ਕਿਰਪਾ ਦ੍ਰਿਸ਼ਟੀ ਕਰਕੇ ਚਲੇ ਗਏ। ਇੰਨੀ ਸੂਝ, ਇੰਨੀ ਆਤਮ ਦ੍ਰਿਸ਼ਟੀ ਮਿਲ ਗਈ, ਇਹਨਾਂ ਨੇ ਫਿਰ ਰਿਸ਼ੀ ਬਣ ਗਏ। ਤੇ ਰਾਮਚੰਦਰ ਜੀ ਦੇ ਜੀਵਨ ਤੋਂ ਲਗਭਗ 1000 ਸਾਲ ਪਹਿਲਾਂ ਹੀ ਰਾਮਾਇਣ ਵਿੱਚ ਕੀ ਹੋਵੇਗਾ, ਸੰਸਕ੍ਰਿਤ ਵਿੱਚ ਉਹਦੀ ਰਚਨਾ ਕੀਤੀ। 1000 ਸਾਲ ਪਹਿਲਾਂ ਭਵਿੱਖ ਬਚਨ ਕਹਿ ਦਈਏ, ਕੋਈ ਅਤ ਕਥਨਾ ਨਹੀਂ। ਇਹ ਅਤ ਕਥਨ ਬਚਨ ਨਹੀਂ, ਵੀ ਇਹ ਕਹਿਣੇ ਤੋਂ ਪਰੇ ਨਹੀਂ, ਇਹ ਸੱਚ ਆ। ਹੇ ਨਿਜ ਆਤਮਾ, ਵੇਖ ਭੀਲ ਜਾਤੀ ਦੇ ਵਾਲਮੀਕ ਨੇ
ਰੱਬ ਜੀ ਦੀ ਭਗਤੀ ਬਣੀ ਤੇ ਰਿਸ਼ੀ ਬਾਲਮੀਕ ਬਣ ਗਏ। ਇਹ ਪਦਵੀ ਰੱਬ ਦੇ ਸਿਮਰਨ ਕਰਕੇ ਪ੍ਰਾਪਤ ਹੋਈ ਆ, ਸਾਧ ਸੰਗਤ ਦੀ ਕਿਰਪਾ ਨਾਲ ਪ੍ਰਾਪਤ ਹੋਈ ਆ। ਇਸ ਵਾਸਤੇ ਐ ਮੇਰੀ ਆਤਮਾ, ਮੇਰੀ ਜਿੰਦੜੀ ਏ, ਤੂੰ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਮੰਨ ਲਾ। ਤੇਰਿਆਂ ਸੰਤਾਂ ਜਾਚੋਂ ਚਰਨ ਰੇਨ, ਲੈ ਮਸਤਕ ਲਾਵੋ ਕਰ ਕਿਰਪਾ ਦੇਨ। ਮਹਾਂਪੁਰਖਾਂ ਦੀ ਸੰਗਤ ਕਰਕੇ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਕਰ ਲਾ। ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ, ਸੰਤ ਖਾਲਸਾ ਸਜ ਕੇ, ਸੇਵਾ ਸਿਮਰਨ ਦੀ ਕਮਾਈ ਕਰਕੇ ਬੰਦਿਆ ਤੂੰ ਵੀ ਆਪਣੇ ਜੀਵਨ ਨੂੰ ਸੋਹਣਾ ਬਣਾ। ਦਰਗਾਹ ਦੇ ਵਿੱਚ ਅਕਾਲ ਪੁਰਖ ਜੀ ਦੇ ਪਵਿੱਤਰ ਚਰਨਾਂ ਵਿੱਚ ਗੁਰੂ ਮਿਹਰ ਸਦਕਾ ਲੀਨ ਹੋ ਜਾ। ਇਹ ਤੇਰੇ ਤੇ ਕਿਰਪਾ ਹੋ ਜਾਵੇਗੀ ਨਾ। ਇਸ ਤਰ੍ਹਾਂ ਗੁਰੂ ਪਿਆਰਿਓ, ਤੇ ਇੱਕ ਬਾਲਮੀਕ ਦੂਜਾ ਵੀ ਹੋਇਆ। ਰੇ ਚਿਤ ਚੇਤ ਚੇਤ ਅਚੇਤ, ਕਾਹੇ ਨਾ ਬਾਲ ਮੀਕੈ ਦੇਖ, ਕਿਸ ਜਾਤ ਤੇ ਕੇ ਪਦੇ ਅਮਰਿਓ ਰਾਮ ਭਗਤ ਵਸੇਖ। ਇਹ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ ਹੈ ਜੀ ਆਪਣੇ ਪਾਵਨ ਸ਼ਬਦ ਦੇ ਵਿੱਚ। ਇਹ ਜਿਹੜੇ ਮਹਾਂਪੁਰਖ ਆ ਉਹਨਾਂ ਨੇ ਫਿਰ ਇਹ ਰਮਾਇਣ ਦੇ ਕਰਤਾ ਨੂੰ ਬਾਲਮੀਕ ਪਹਿਲਾ ਤੇ ਬਾਲਮੀਕ ਦੂਜਾ, ਇਹ ਇਸ ਤਰ੍ਹਾਂ ਇਹਨਾਂ ਦਾ ਅੰਤਰ ਕਰਕੇ ਕਥਾ ਬੜੀ ਸੁੰਦਰ ਲਿਖੀ ਹੈ ਜੀ ਗ੍ਰੰਥ ਦੇ ਵਿੱਚ। ਤੇ ਮੈਂ ਤੁਹਾਨੂੰ ਭਗਤ ਰਵਿਦਾਸ ਜੀ ਦਾ ਪਾਵਨ ਸ਼ਬਦ ਸਰਵਣ ਕਰਵਾ ਦਾਂ, ਬਹੁਤ ਸੁੰਦਰ ਹੈ। ਰਿਸ਼ੀ ਬਾਲਮੀਕ ਜੀ ਦੇ ਸਤਿਕਾਰ ਵਿੱਚ ਆ। ਕਹਿੰਦੇ ਐ ਮੇਰੇ ਗਾਫਲ ਮਨ, ਰੱਬ ਨੂੰ ਸਿਮਰਿਆ ਕਰ। ਰੇ ਚਿੱਤ ਚੇਤ ਚੇਤ ਅਚੇਤ, ਆਪਣੇ ਰੱਬ ਨੂੰ ਯਾਦ ਕਰ। ਕਿਉਂ? ਕਾਹੇ ਨਾ ਬਾਲ ਮੀਕੈ ਦੇਖ। ਐ ਮੇਰੇ ਮਨਾ, ਤੂੰ ਰਿਸ਼ੀ ਬਾਲਮੀਕ ਜੀ ਵੱਲ ਕਿਉਂ ਨਹੀਂ ਵੇਖਦਾ? ਕਿਉਂ ਉਹਨਾਂ ਦਾ ਜੀਵਨ ਨਹੀਂ ਪੜ੍ਹਦਾ? ਕਿਸ ਜਾਤ ਤੇ ਕੇ ਪਦੇ ਅਮਰਿਓ ਰਾਮ ਭਗਤ ਵਸੇਖ। ਇਹ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਤੇ ਉੱਪੜ ਗਏ ਉਹ। ਇਹ ਵਡਿਆਈ ਪ੍ਰਮਾਤਮਾ ਦੀ ਭਗਤੀ ਦੇ ਕਾਰਨ ਉਹਨਾਂ ਨੇ ਪਾਈ ਆ। ਕਿੰਨੀ ਨੀਵੀਂ ਜਾਤੀ ਤੋਂ ਉਹ ਕਿੱਡੇ ਵੱਡੇ ਮਰਤਬੇ ਨੂੰ ਅੱਪੜੇ। ਸਵਾਨ ਸਤਰ ਅਜਾਤ, ਸਭ ਤੇ ਕ੍ਰਿਸ਼ਨ ਲਾਵੇ ਹੇਤ। ਤੇ ਬਾਲਮੀਕ ਜਿਹੜਾ ਸੀ ਨਾ, ਤੇ ਉਹ ਕਹਿਣ ਲੱਗੇ ਵੀ ਕੁੱਤਿਆਂ ਦੇ ਵੈਰੀ ਸੀਗੇ ਪਹਿਲਾਂ, ਸਭ ਲੋਕਾਂ ਨਾਲੋਂ ਚੰਡਾਲ ਸੀ। ਪਰ ਉਹਨੇ ਫਿਰ ਬਾਅਦ ਵਿੱਚ ਸੰਤਾਂ ਮਹਾਂਪੁਰਖਾਂ ਤੋਂ ਉਪਦੇਸ਼ ਲੈ ਕੇ ਰੱਬ ਨਾਲ ਪਿਆਰ ਕੀਤਾ। ਲੋਕ ਬਪਰਾ ਕਿਆ ਸਰਾ ਹੈ, ਤੀਨ ਲੋਕ ਪਰਵੇਸ਼। ਇਹ ਜਿਹੜੇ ਬਾਲਮੀਕ ਜੀ ਸੀਗੇ, ਇਹਨਾਂ ਦੀ ਸੋਭਾ ਇੱਕ ਯੁੱਗ ਦੋ ਯੁੱਗ ਨਹੀਂ, ਤਿੰਨਾਂ ਯੁੱਗਾਂ ਵਿੱਚ ਹੋਈ ਆ। ਆਪਾਂ ਜਾਣਦੇ ਹੀ ਹਾਂ ਜੀ। ਇਹ ਨੀਚੇ ਊਚ ਕਰੈ ਮੇਰਾ ਗੋਵਿੰਦ, ਕਾਹੂ ਤੇ ਨਾ ਡਰੈ। ਤੇ ਇਹ ਜਿਹੜੇ ਬਾਲਮੀਕ ਜੀ ਸੀਗੇ, ਇਹਨਾਂ ਦਾ ਜੀਵਨ ਇਦਾਂ ਸੀ, ਇਦਾਂ ਦਾ ਬਣ ਗਿਆ ਸੀ ਵੀ ਕੁੱਤਿਆਂ ਨੂੰ ਵੀ ਮਾਰ ਦਿੰਦੇ ਸੀਗੇ। ਇਹ ਛੱਡਦੇ ਨਹੀਂ ਸੀਗੇ, ਆਏ ਗਏ ਨੂੰ ਤਾਂ ਲੁੱਟਦੇ ਹੀ ਸੀਗੇ। ਕਿਉਂਕਿ ਇਹ ਜਿਹੜੇ ਕੂਕਰ ਹੁੰਦੇ ਆ, ਇਹ ਰਾਖੀ ਕਰਦੇ ਹੁੰਦੇ ਆ। ਇਹਨਾਂ ਨੇ ਬੜੇ ਪਾਪ ਕੀਤੇ ਆ ਜੀ, ਬਹੁਤ ਕੁਝ ਕੀਤਾ ਹੈ। ਪਰ ਗੱਲ ਤਾਂ ਅਸਲ ਵਿੱਚ ਇਹ ਆ ਵੀ ਇਹਨਾਂ ਦਾ ਜਿਹੜਾ ਜੀਵਨ ਆ ਉਹ ਕਿਵੇਂ ਨੀਚ ਤੋਂ ਊਚ ਬਣ ਗਿਆ। ਕਿਉਂਕਿ ਨੀਚ ਜਾਤ ਹਰ ਜਪਤਿਆਂ, ਉੱਤਮ ਪਦਵੀ ਪਾਏ। ਲੋਕ ਬਪਰਾ ਕਿਆ ਸਰਾ ਹੈ, ਤੀਨ ਲੋਕ ਪਰਵੇਸ਼। ਆਪਾਂ ਇੱਕ ਜੀਵਨ ਕੀ ਮਹਿਮਾ ਕਰੀਏ ਬਾਲਮੀਕ ਰਿਸ਼ੀ ਜੀ ਦੀ। ਉਹਨਾਂ ਦੀ ਮਹਿਮਾ ਤਾਂ ਤਿੰਨਾਂ ਜਹਾਨਾਂ ਅੰਦਰ ਫੈਲੀ ਹੋਈ ਆ। ਇਹ ਸਭ ਕੁਝ ਨਾਮ ਨੂੰ ਹੀ ਆਪਾਂ ਕਹਿ ਸਕਦੇ ਹਾਂ, ਉਹਦੀਆਂ ਬਰਕਤਾਂ। ਅਜਾਮਲ ਪਿੰਗਲਾ ਲੋਬੱਤ ਕੁੰਚਰ ਗਏ ਹਰ ਕੈ ਪਾਸ। ਇਹ ਅਜਾਮਲ ਪਾਪੀ, ਪਿੰਗਲਾ ਨਾਮ ਬੇਸ਼ਵਾ, ਜੋ ਜਨਕਪੁਰ ਦੇ ਵਿੱਚ ਰਹਿੰਦੀ ਸੀਗੀ, ਉਹਦੀ ਗੱਲ ਕਰੀਏ ਆਪਾਂ। ਤੇ ਇਹ ਬਦਕ ਜਿਹਨੇ ਸੰਤਾਂ ਦੀ ਆਗਿਆ ਮੰਨ ਕੇ ਪੰਛੀ ਰੂਪ ਚਤੁਰਭੁਜ ਨੂੰ ਫੜ ਲਿਆ ਸੀਗਾ। ਇਹ ਕੁੰਚਰ, ਇਹ ਸਾਰੇ ਜਿਹੜੇ ਹਾਥੀ ਆ ਨਾ, ਜਿਹੜੇ ਕਿ ਭਗਤੀ ਵਿੱਚ ਲੀਨ ਆ, ਰੱਬ ਅੱਗੇ ਅਰਦਾਸਾਂ ਕਰਦੇ ਆ। ਐਸੀ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਕਿਉਂਕਿ ਹਾਥੀ ਸੀ ਕੋਈ, ਫਸ ਗਿਆ ਸੀ ਜਾਲ ਦੇ ਵਿੱਚ, ਰੱਬ ਅੱਗੇ ਅਰਦਾਸਾਂ ਕੀਤੀਆਂ, ਵਾਹਿਗੁਰੂ ਨੇ ਉਹਦਾ ਵੀ ਛੁਟਕਾਰਾ ਕਰਵਾਇਆ। ਹੇ ਰਵਿਦਾਸ, ਜਦੋਂ ਇਹੋ ਜਿਹੇ ਤਰ ਗਏ ਆ ਇੰਨੀ ਭੈੜੀ ਮੱਤ ਵਾਲੇ, ਤਾਂ ਤੂੰ ਕਿਉਂ ਸਾਗਰ ਤੋਂ, ਇਹ ਸਮੁੰਦਰ ਤੋਂ ਕਿਉਂ ਨਾ ਤਰੇਂਗਾ? ਤੂੰ ਗੁਰੂ ਅੱਗੇ ਅਰਦਾਸ ਕਰ। ਇਸ ਤਰ੍ਹਾਂ ਕਹਿਣ ਦਾ ਭਾਵ ਇਹ ਆ ਕਿ ਇਹ ਜੋ ਸਭ ਕੁਝ ਹੈ, ਇਹਦੇ ਵਿੱਚ ਦ੍ਰਿਸ਼ਟਾਂਤ ਦਿੱਤੇ ਹੋਇਆ ਵੀ ਅਜਾਮਲ ਪਾਪੀ ਵਰਗੇ ਤਰ ਗਏ, ਉਹ ਬੇਸ਼ਵਾ ਵੀ ਤਰ ਗਈ ਆ। ਸਾਧ ਸੰਗਤ ਵਿੱਚ ਆ ਕੇ ਏਡੇ ਏਡੇ ਪਾਪੀ ਤਰ ਗਏ ਆ। ਤੇ ਇਹ ਜਿਹੜਾ ਹਾਥੀ ਸੀਗਾ ਨਾ, ਇਹ ਸ਼ਰਾਪ ਕਰਕੇ ਨਾ ਫਿਰ ਉਹ ਹਾਥੀ ਬਣਿਆ ਹੋਇਆ ਸੀਗਾ। ਤੇ ਇਹ ਗੰਧਰਵ ਜੋ ਦੈਵਲ ਰਿਖੀ ਦਾ ਸ਼ਰਾਪ ਹੋ ਗਿਆ ਸੀ। ਬਾਅਦ ਵਿੱਚ ਇਹਨੇ ਰੱਬ ਅੱਗੇ ਅਰਦਾਸ ਕੀਤੀ, ਭਗਵਾਨ ਜੀ ਨੇ ਇਹਨੂੰ ਬੰਧਨਾਂ ਤੋਂ ਮੁਕਤ ਕਰਵਾਇਆ।
ਇਹ ਭਾਗਵਤ ਦੇ 8ਵੇਂ ਸਕੰਦ ਦੇ ਦੂਜੇ ਅਧਿਆਏ ਵਿੱਚ ਇਹ ਕਥਾ ਜਿਹੜੀ ਆ ਉਹ ਦਰਜ ਆ। ਤਾਂ ਰਹੋ ਵਿਚਾਰ ਇਵੇਂ ਹੀ ਇਹ ਪਿੰਗਲਾ ਜਨਕਪੁਰੀ ਵਿੱਚ ਰਹਿਣ ਵਾਲੀ ਗਨਕਾ, ਨਾਮ ਪਹਿਲਾਂ ਪਿੰਗਲਾ ਸੀਗਾ, ਤੇ ਇੱਕ ਦਿਨ ਇਹਨੇ ਧਨੀ ਸੁੰਦਰ ਜਵਾਨ ਦੇਖਿਆ, ਉਹਦੇ ਤੇ ਮੋਹਿਤ ਹੋ ਗਈ, ਪਰ ਉਹ ਉਹਦੇ ਪਾਸ ਨਹੀਂ ਆਇਆ। ਪਿੰਗਲਾ ਦੀ ਸਾਰੀ ਰਾਤ ਬੇਚੈਨੀ ਵਿੱਚ ਬੀਤੀ ਆ। ਅੰਤ ਨੂੰ ਮਨ 'ਚ ਵਿਰਾਗ ਪੈਦਾ ਹੋ ਗਿਆ ਵੀ ਮੈਂ ਇਹੋ ਜਿਹੇ ਪ੍ਰੇਮ ਤੋਂ ਕੀ ਕਰਾਉਣਾ, ਮੈਂ ਰੱਬ ਦਾ ਨਾਮ ਕਿਉਂ ਨਹੀਂ ਜਪਦੀ। ਜਪਿਆ ਤੇ ਚੰਗਾ ਫਲ ਮਿਲ ਗਿਆ, ਸਿਮਰਨ ਵਿੱਚ ਲੱਗੀ, ਮੁਕਤੀ ਹੋ ਗਈ ਸੀ। ਤਾਂ ਇਹੋ ਜਿਹੀ ਮੰਦੀ ਬੁੱਧੀ ਵਾਲੇ ਮੁਕਤ ਹੋ ਗਏ। ਐ ਰਵਿਦਾਸ ਐਸੇ ਦੁਰਮਤ ਨਿਸਤਰੇ, ਤੂੰ ਕਿਉਂ ਨਾ ਤਰੇ ਰਵਿਦਾਸ। ਤਾਂ ਭਗਤ ਜੀ ਕਹਿੰਦੇ ਤੂੰ ਵੀ ਤਰੇਗਾ। ਭਗਤ ਰਵਿਦਾਸ ਜੀ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਆ ਵੀ ਨਾਮ ਜਪਿਆ ਕਰ ਰੱਬ ਦਾ। ਤਾਂ ਇਹ ਜਿਸ ਸਮੇਂ ਕ੍ਰਿਸ਼ਨ ਜੀ ਨੇ ਮਥੁਰਾ ਵਿਖੇ ਅਵਤਾਰ ਧਾਰਿਆ, ਉਦੋਂ ਬਾਲਮੀਕ ਦੂਜਾ ਉਹਦਾ ਜ਼ਿਕਰ ਆਉਂਦਾ ਹੈ। ਸੰਤਾਂ ਨੇ ਇਸ ਤਰ੍ਹਾਂ ਕਥਾ ਲਿਖੀ, ਮਹਾਂਪੁਰਖਾਂ ਨੇ। ਉਸ ਸਮੇਂ ਚੰਡਾਲਾਂ ਦੇ ਘਰੇ ਬਾਲਮੀਕ ਦਾ ਜਨਮ ਹੋਇਆ। ਜਦੋਂ ਪਾਂਡਵਾਂ ਨੇ ਸ੍ਰੀ ਕ੍ਰਿਸ਼ਨ ਜੀ ਦੀ ਸਹਾਇਤਾ ਨਾਲ ਕੌਰਵਾਂ ਦਾ ਨਾਸ ਕੀਤਾ, ਤਾਂ ਯੁਧਿਸ਼ਟਰ ਨੇ ਕੁੱਲ ਹੱਤਿਆ ਦੇ ਪਾਪ ਤੋਂ ਬਚਣ ਲਈ ਅਸਮੇਧ ਯੱਗ ਕੀਤਾ। ਜੱਗ ਦੇ ਸੰਪੂਰਨ ਹੋਣ ਦਾ ਪਤਾ ਲੱਗਣ ਵਾਸਤੇ ਉਹਨਾਂ ਇੱਕ ਸੰਖ ਨੂੰ ਉੱਚੀ ਥਾਂ ਤੇ ਰੱਖਿਆ। ਇਹ ਨਿਸ਼ਚਾ ਕਰ ਲਿਆ ਵੀ ਜਦੋਂ ਸੰਖ ਆਪੇ ਵੱਜੇਗਾ ਸਮਝ ਲਵਾਂਗੇ ਜੱਗ ਸੰਪੂਰਨ ਹੋ ਗਿਆ। ਜੱਗ ਆਰੰਭ ਹੋਇਆ। ਅਨੇਕ ਪ੍ਰਕਾਰ ਦੀਆਂ ਸਬਜ਼ੀਆਂ, ਭੋਜਨ ਵੀ ਸਾਡੇ ਪਾਪ ਲੈ ਜਾਣਗੇ ਵੀ ਇੰਨੇ ਬੰਦਿਆਂ ਦੀ ਹੱਤਿਆ ਕੀਤੀ ਆ। ਮਠਿਆਈਆਂ ਤਿਆਰ ਕਰਵਾਈਆਂ ਯੁਧਿਸ਼ਟਰ ਨੇ। ਸਾਰੇ ਰਿਸ਼ੀ ਮੁਨੀ ਸਾਧ ਸੰਤ ਬ੍ਰਾਹਮਣ ਭੋਜਨ ਛਕਣ ਆਏ ਆ। ਅੰਨ ਛਕਣ ਉਪਰੰਤ ਦੱਖਣਾ ਲੈ ਕੇ ਵਾਪਸ ਗਏ, ਪਰ ਸ਼ੰਖ ਵੱਜਿਆ ਹੀ ਨਹੀਂ। ਕਮਾਲ ਦੀ ਗੱਲ। ਪਾਂਡਵ ਲੱਗੇ ਵਿਚਾਰ ਕਰਨ ਵੀ ਕੀ ਹੋ ਗਿਆ, ਇਹ ਸ਼ੰਖ ਨਹੀਂ ਵੱਜਿਆ। ਕਹਿੰਦੇ ਭਗਵਾਨ ਕ੍ਰਿਸ਼ਨ ਜੀ ਤੋਂ ਪੁੱਛਦੇ ਆ, ਉਹ ਜਾਣਦੇ ਆ। ਉਹਨਾਂ ਨਾਲ ਗੱਲ ਕੀਤੀ। ਕ੍ਰਿਸ਼ਨ ਜੀ ਕਹਿੰਦੇ ਵੀ ਰਾਜਨ, ਆਪਣੇ ਇੱਥੇ ਨਗਰੀ ਦੇ ਵਿੱਚ ਕੋਈ ਮਹਾਂਪੁਰਖ ਰਹਿੰਦੇ ਆ, ਬਾਲਮੀਕ ਉਹਨਾਂ ਦਾ ਨਾਮ ਆ, ਵੱਡੇ ਤਪੱਸਵੀ ਰਿਸ਼ੀ ਆ। ਤੂੰ ਉਹਨਾਂ ਦੀ ਪਰਵਾਹ ਨਹੀਂ ਕੀਤੀ, ਜਿਸ ਕਾਰਨ ਸ਼ੰਖ ਨਹੀਂ ਵੱਜਿਆ। ਉਹਨਾਂ ਨੂੰ ਬੁਲਾਓ, ਭੋਜਨ ਛਕਾਓ। ਯੁਧਿਸ਼ਟਰ ਨੇ ਆਖਿਆ ਭਗਵਾਨ ਜੀ ਆਪ ਅਵਤਾਰ ਹੋ, ਤੁਹਾਡੇ ਨਾਲੋਂ ਵੱਡਾ ਮਹਾਂਪੁਰਖ ਕਿਹੜਾ। ਭਗਵਾਨ ਜੀ ਕਹਿੰਦੇ ਇੱਦਾਂ ਨਹੀਂ, ਪ੍ਰਭੂ ਜੀ ਦੇ ਭਗਤ ਸਾਰਿਆਂ ਤੋਂ ਵੱਡੇ ਹੁੰਦੇ ਆ, ਰੱਬ ਦੇ ਭਗਤ। ਮੈਂ ਅਜਿਹੇ ਭਗਤਾਂ ਨੂੰ ਦਿਨੇ ਰਾਤ ਲੱਭਦਾ ਫਿਰਦਾ ਜਿਹੜੇ ਬਾਲਮੀਕ ਜੀ ਵਰਗੇ, ਪਰ ਜੀਆਂ ਨੂੰ ਭਾਗਾਂ ਤੋਂ ਬਿਨਾਂ ਅਜੇ ਮਹਾਂਪੁਰਖਾਂ ਦੇ ਦਰਸ਼ਨ ਨਹੀਂ ਹੁੰਦੇ। ਫਿਰ ਕ੍ਰਿਸ਼ਨ ਜੀ ਕਹਿੰਦੇ ਭਾਈ ਜੇ ਚਾਹੁੰਦੇ ਹੋ ਨਾ ਪਾਂਡਵੋ ਤੁਸੀਂ ਆਪਣਾ ਜੱਗ ਪੂਰਾ ਕਰਨਾ, ਵੀ ਇਹ ਅਸਮੇਧ ਜੱਗ, ਵੱਡਾ ਜੱਗ ਜਿਹੜਾ ਪੂਰਾ ਕਰਨਾ, ਤਾਂ ਉਹਨਾਂ ਨੂੰ ਇੱਥੇ ਬੁਲਾਉਣਾ ਹੀ ਪਵੇਗਾ। ਫਿਰ ਉਹਨਾਂ ਨੇ ਕੀ ਕੀਤਾ, ਇਹ ਸੱਦਾ ਪੱਤਰ ਭੇਜਣ ਵਾਸਤੇ ਕਿਸੇ ਨੂੰ ਤਾਂ ਭੇਜਣਾ ਹੀ ਪੈਣਾ ਸੀ ਨਾ। ਭੀਮ ਤੇ ਅਰਜਨ ਨੂੰ ਭੇਜਿਆ ਵੀ ਨਿਮਰਤਾ ਪੂਰਵਕ ਸੱਦਾ ਪੱਤਰ ਦਿਓ। ਦੋਨਾਂ ਨੇ ਜਾ ਕੇ ਬੇਨਤੀ ਕੀਤੀ, ਪਰ ਬਾਲਮੀਕ ਜੀ ਨੇ ਉੱਤਰ ਦਿੱਤਾ, ਭੀਮ ਜੀ ਮੈਂ ਤਾਂ ਨੀਚ ਜਾਤ ਦਾ ਚੰਡਾਲ ਆਦਮੀ ਆ, ਛੱਜ ਛਾਨਣੀ ਗੰਢ ਤੁੱਪ ਕੇ ਗੁਜ਼ਾਰਾ ਕਰਦਾ। ਇਹ ਜੱਗ ਤਾਂ ਰਿਸ਼ੀਆਂ ਮੁਨੀਆਂ ਮਹਾਂਪੁਰਖਾਂ ਦੇ ਹੋਇਆ ਕਰਦੇ ਆ, ਉਹਨਾਂ ਦੇ ਚਰਨਾਂ ਨਾਲ ਸੰਪੂਰਨ ਹੁੰਦੇ ਆ। ਜੇ ਮੈਂ ਚਲਾ ਗਿਆ ਤੇ ਅਪਵਿੱਤਰ ਹੋ ਜਾਵੇਗਾ, ਸੋ ਤੁਸੀਂ ਜਾਓ। ਬਾਕੀ ਜੇਕਰ ਰਾਜਾ ਜੀ ਮੈਨੂੰ ਬਹੁਤਾ ਤੰਗ ਕਰਨਗੇ ਨਾ ਤਾਂ ਮੈਂ ਰਾਜ ਭਾਗ ਵੀ ਛੱਡ ਦਿਆਂਗਾ। ਬਾਕੀ ਕ੍ਰਿਸ਼ਨ ਭਗਵਾਨ ਜੀ ਦਾਸ ਨੂੰ ਸਭ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ, ਪਰ ਮੈਨੂੰ ਕੋਈ ਲਾਲਚ ਨਹੀਂ ਇਹਦਾ। ਜਦੋਂ ਇਹ ਬਚਨ ਸੁਣ ਕੇ ਅਰਜਨ ਨੇ ਬੇਨਤੀ ਕੀਤੀ, ਮਹਾਤਮਾ ਜੀ ਹੁਣ ਤੁਸੀਂ ਸਾਡੇ ਤੇ ਪਰਉਪਕਾਰੀ ਕਰ ਦਿਓ, ਮਿਹਰਬਾਨੀ ਕਰ ਦਿਓ। ਬਾਲਮੀਕ ਜੀ ਨੇ ਅਰਜਨ ਜੀ ਦੇ ਜਿਹੜਾ ਪ੍ਰੇਮ ਸੀਗਾ ਉਹ ਸ਼ਬਦ ਵੇਖੇ ਆ। ਅਗਲੇ ਦਿਨ ਜਾਣ ਦਾ ਇਕਰਾਰ ਕਰਦੇ ਆ। ਅਰਜਨ ਨੇ ਆ ਕੇ ਸਾਰੀ ਵਾਰਤਾ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਦੱਸੀ ਆ। ਕ੍ਰਿਸ਼ਨ ਜੀ ਨੇ ਦ੍ਰੋਪਦੀ ਨੂੰ ਖੱਟ ਰਸ ਭਰਪੂਰ ਭੋਜਨ ਤਿਆਰ ਕਰਨ ਲਈ ਆਖਿਆ। ਭੋਜਨ ਤਿਆਰ ਕੀਤੇ ਗਏ ਆ। ਦੂਜੇ ਦਿਨ ਬਾਲਮੀਕ ਜੀ ਰੱਬ ਦਾ ਸਿਮਰਨ ਕਰਦੇ ਆ ਗਏ ਆ। ਭਗਵਾਨ ਕ੍ਰਿਸ਼ਨ ਜੀ ਨੇ ਆਪ ਉੱਠ ਕੇ ਆਦਰ ਸਤਿਕਾਰ ਨਾਲ ਉਹਨਾਂ ਦੇ ਚਰਨ ਧੋਤੇ ਆ, ਆਸਨ ਤੇ ਬਿਠਾਇਆ। ਦ੍ਰੋਪਦੀ ਨੇ ਹਰ ਪ੍ਰਕਾਰ ਦੇ ਭੋਜਨ ਪਰੋਸ ਕੇ ਲਿਆਂਦੇ ਆ ਜੀ। ਬਾਲਮੀਕ ਜੀ ਨੇ ਸਾਰਿਆਂ ਨੂੰ ਇਕੱਠੇ ਕਰਕੇ ਮਿਲਗੋਬਾ ਜਿਹਾ ਬਣਾ ਕੇ ਛਕ ਲਿਆ, ਪਰ ਸ਼ੰਖ ਬਹੁਤ ਧੀਮੀ ਆਵਾਜ਼ ਨਾਲ ਵੱਜਿਆ। ਅਸਲ ਵਿੱਚ ਜੱਗ ਨੂੰ ਸੰਪੂਰਨ ਕਰਨ ਲਈ ਜਿੰਨੀ ਉਹ ਸ਼ੰਖ ਦੀ ਆਵਾਜ਼ ਹੋਣੀ ਚਾਹੀਦੀ ਸੀ ਓਨੀ ਨਹੀਂ ਹੋਈ। ਬਹੁਤ ਧੀਮੀ ਜੀ ਆਵਾਜ਼ ਦੇ ਵਿੱਚ ਵੱਜਿਆ, ਮੱਧਮ ਜੀ ਆਵਾਜ਼ ਵਿੱਚ। ਦੁਬਾਰਾ ਫਿਰ ਕਾਰਨ ਲੱਭਿਆ, ਜਾਂਚ ਪੜਤਾਲ ਹੋਈ। ਦ੍ਰੋਪਦੀ ਤੋਂ ਪੁੱਛਿਆ। ਦ੍ਰੋਪਦੀ ਕਹਿੰਦੀ ਸੱਚੀ ਗੱਲ ਕਹਾਂ
ਵੀ ਮੇਰੇ ਮਨ ਦੇ ਅੰਦਰ ਨਾ ਨਫ਼ਰਤ ਜੀ ਪੈਦਾ ਹੋ ਗਈ ਕਿ ਇੱਕ ਨੀਚ ਜਾਤ ਵਾਲਾ ਬੰਦਾ ਮੇਰੇ ਤਿਆਰ ਕੀਤੇ ਖੱਟ ਰਸ ਭੋਜਨ ਦੀ ਇਹਨੇ ਕਦਰ ਨਹੀਂ ਪਾਈ। ਕੱਲੇ ਕੱਲੇ ਛਕਣ ਦੀ ਥਾਂ ਸਾਰੇ ਭੋਜਨ ਨੂੰ ਮਿਲ ਗੋਭਾ ਜਿਹਾ ਬਣਾ ਕੇ ਛਕ ਲਿਆ, ਵੀ ਕੱਲੀ ਕੱਲੀ ਚੀਜ਼ ਖਾ ਲੈਂਦਾ। ਤੇ ਜਿਵੇਂ ਕਿ ਬਹੁਤ ਤਰ੍ਹਾਂ ਦੀਆਂ ਦਾਲਾਂ ਬਣਾਈਆਂ ਸੀ, ਇੱਕੋ ਹੀ ਉਹ ਡੂੰਘੇ ਵਿੱਚ ਪਾ ਕੇ ਛਕ ਗਿਆ। ਇਹੋ ਜੀ ਮੰਦ ਭਾਵਨਾ ਮੇਰੇ ਮਨ 'ਚ ਆ ਗਈ। ਕ੍ਰਿਸ਼ਨ ਜੀ ਨੇ ਦੁਬਾਰਾ ਹੁਕਮ ਕੀਤਾ, ਭਾਈ ਨਫ਼ਰਤ ਤਿਆਗ ਕੇ ਦੁਬਾਰਾ ਵਾਲਮੀਕ ਜੀ ਨੂੰ ਸੱਦੋ, ਲੰਗਰ ਛਕਾਓ, ਫਿਰ ਸ਼ੰਖ ਵੱਜੂਗਾ। ਫਿਰ ਯੁਧਿਸ਼ਟਰ ਜੀ ਆਪ ਗਏ ਨਿਰਮਾਣ ਹੋ ਕੇ। ਜਦੋਂ ਵਾਲਮੀਕ ਨੇ ਦੇਖਿਆ ਵੀ ਇਹ ਯੁਧਿਸ਼ਟਰ ਆਪ ਆ ਰਿਹਾ, ਉੱਠ ਕੇ ਰਾਜੇ ਨੂੰ ਨਮਸਕਾਰ ਕੀਤੀ ਆ। ਰਾਜਨ ਦੇ ਰਾਜਾ ਆਪ ਜੀ ਨੇ ਬਹੁਤ ਕਿਰਪਾ ਕੀਤੀ ਆ, ਦਾਸ ਗਰੀਬ ਦੇ ਘਰੇ ਚਰਨ ਪਾਏ ਆ। ਰਾਜੇ ਨੇ ਨਿਮਰਤਾ ਪੂਰਵਕ ਦੁਆਰਾ ਲੰਗਰ ਛਕਣ ਦਾ ਸੱਦਾ ਪੱਤਰ ਦਿੱਤਾ। ਵਾਲਮੀਕ ਜੀ ਨੇ ਪ੍ਰਵਾਨ ਕਰ ਲਿਆ। ਰਿਸ਼ੀ ਜੀ ਨੇ ਜੋ ਦੇਖਿਆ ਵੀ ਇਹਨੇ ਨਿਮਰਤਾ ਵਿੱਚ ਕਹਿ ਰਹੇ ਆ। ਜਦੋਂ ਫਿਰ ਕ੍ਰਿਸ਼ਨ ਜੀ ਨੇ ਦੁਬਾਰਾ ਦੇਖਿਆ ਨਾ ਵਾਲਮੀਕ ਜੀ ਆ ਰਹੇ ਆ, ਪਿਆਰ ਨਾਲ ਅੱਗੋਂ ਹੋ ਕੇ ਮਿਲੇ ਆ, ਪਿਆਰ ਨਾਲ ਗਲ ਲਾਇਆ। ਆਪ ਹੀ ਵਾਲਮੀਕ ਜੀ ਨੂੰ ਰਸੋਈ 'ਚ ਲੈ ਗਏ ਆ, ਸੋਹਣਾ ਆਸਨ ਵਿਛਾਇਆ, ਚਰਨ ਧੋ ਕੇ ਆਦਰ ਨਾਲ ਬਿਠਾਇਆ। ਦ੍ਰੋਪਦੀ ਨੇ ਥਾਲ ਪਰੋਸ ਕੇ ਰੱਖਿਆ। ਪਹਿਲਾਂ ਵਾਂਗੂ ਵਾਲਮੀਕ ਜੀ ਨੇ ਮਿਲ ਗੋਭਾ ਕਰਕੇ ਭਗਵਾਨ ਜੀ ਨੂੰ ਭੋਗ ਲਵਾਇਆ, ਖਾਣਾ ਸ਼ੁਰੂ ਕੀਤਾ। ਜਿਉਂ-ਜਿਉਂ ਵਾਲਮੀਕ ਜੀ ਆਪਣੇ ਮੂੰਹ ਵਿੱਚ ਬੁਰਕੀਆਂ ਪਾਉਣ, ਤਿਉਂ-ਤਿਉਂ ਸ਼ੰਖ ਦਾ ਸ਼ਬਦ ਉੱਚਾ ਗੰਭੀਰ ਗੂੰਜਣਾ ਆਰੰਭ ਹੋ ਗਿਆ, ਜਿਵੇਂ ਸ਼ੰਖ ਦੀ ਆਵਾਜ਼ ਹੁੰਦੀ ਆ। ਧੁਨੀ ਨੂੰ ਸੁਣ ਕੇ ਸਾਰੇ ਲੋਕ ਜਕਾਰੇ ਕਰਨ ਲੱਗੇ ਆ। ਸਾਰੇ ਪਦਾਰਥ ਇਕੱਠੇ ਕਰਨ ਦਾ ਕਾਰਨ ਜਦੋਂ ਵਾਲਮੀਕ ਜੀ ਤੋਂ ਪੁੱਛਿਆ ਤਾਂ ਉਹਨਾਂ ਨੇ ਆਖਿਆ, ਕ੍ਰਿਸ਼ਨ ਭਗਵਾਨ ਜੀ, ਇਹ ਮੈਂ ਦੁਚਿੱਤੀ ਵਿੱਚ ਸੀਗਾ ਵੀ ਪਹਿਲਾਂ ਤੁਹਾਨੂੰ ਖੱਟੇ ਪਦਾਰਥ ਦਾ ਭੋਗ ਲਵਾਵਾਂ ਕਿ ਮਿੱਠੇ ਦਾ। ਮੈਂ ਫੈਸਲਾ ਹੀ ਨਹੀਂ ਕਰ ਸਕਿਆ। ਅੰਤ ਨੂੰ ਮੈਂ ਸਾਰੇ ਪਦਾਰਥ ਇਕੱਠੇ ਕਰ ਲਏ। ਇਸ ਉਪਰੰਤ ਭਗਵਾਨ ਜੀ ਨੇ ਆਖਿਆ, ਸ਼੍ਰੀ ਕ੍ਰਿਸ਼ਨ ਜੀ ਨੇ ਵੀ, ਯੁਧਿਸ਼ਟਰ ਜੀ, ਰਸਾਂ ਕਸਾਂ ਨੂੰ ਮੂਰਖ ਲੋਕ ਗ੍ਰਹਿਣ ਕਰਦੇ ਆ, ਪ੍ਰਭੂ ਭਗਤ ਤਾਂ ਸਿਰਫ ਰਾਮ ਨਾਮ ਦਾ ਰਸ ਮਾਣਦੇ ਆ। ਉਹਾਂ ਤੇ ਊਤਮ ਗਨੋ ਚੰਡਾਲਾ, ਨਾਨਕ ਜੀ ਮਨ ਬਸੇ ਗੋਪਾਲਾ। ਤਾਂ ਗੁਰਬਾਣੀ ਦੇ ਪਵਿੱਤਰ ਫੁਰਮਾਨ ਦੇ ਅਨੁਸਾਰ ਨਾਮ ਜਪਣ ਵਾਲਾ ਨੀਚ ਚੰਡਾਲ ਵੀ ਤਿੰਨਾਂ ਲੋਕਾਂ ਵਿੱਚ ਪੂਜਣਯੋਗ ਹੋ ਜਾਂਦਾ, ਸਭ ਨਾਲੋਂ ਉੱਤਮ ਹੋ ਜਾਂਦਾ, ਜਿਹਦੇ ਮਨ ਵਿੱਚ ਰੱਬ ਜੀ ਦਾ ਪਾਵਨ ਨਾਮ ਵਸ ਜਾਂਦਾ। ਇਸ ਵਾਸਤੇ ਤੂੰ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਜਾਪ ਕਰਕੇ ਭਾਈ ਉੱਤਮ ਪਦ ਵੀ ਪਾ ਲਏਗਾ। ਘਰ ਵਿੱਚ ਪੁੱਛਣ ਘੱਲਿਆ, ਅੰਤ ਕਾਲ ਹੈ ਕੋਈ ਅਸਾੜਾ, ਕੋੜ ਮੜਾ ਚੌਖਨੀਏ ਕੋਈ ਨਾ ਬੇਲੀ ਕਰਦੇ ਝਾੜਾ। ਸੱਚ ਦਿਰੜਾਏ ਉਧਾਰਿਅਨ, ਟੱਪ ਨਿਕੱਥਾ ਉੱਪਰ ਵਾੜਾ, ਗੁਰਮੁਖ ਲੰਘੇ ਪਾਪ ਪਹਾੜਾ। ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਜੀ। ਇਸ ਤਰ੍ਹਾਂ ਵਾਲਮੀਕ ਪਹਿਲਾ, ਵਾਲਮੀਕ ਦੂਜਾ, ਭਾਵ ਕਿ ਪਹਿਲਾਂ ਵਾਲਾ ਜੀਵਨ ਤੇ ਦੂਜਾ ਜੀਵਨ ਦੇਖੋ ਪਾਸੇ ਹੀ ਬਦਲ ਗਏ ਨਾ। ਇਸ ਕਰਕੇ ਮੈਂ ਇਹ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਮਹਾਂਪੁਰਖਾਂ ਨੇ ਇਹ ਇਸ ਤਹਿ ਤੇ ਚੀਜ਼ ਨੂੰ ਇਹ ਦ੍ਰਿਸ਼ਟਾਂਤ ਦੇ ਦੇ ਕੇ ਬੜੀ ਸੁੰਦਰ ਕਥਾ ਆਪਣੀ ਪੁਸਤਕ ਵਿੱਚ ਬਹੁਤ ਲੰਮਾ ਸਮਾਂ ਪਹਿਲਾਂ ਦਰਜ ਕੀਤੀ ਸੀ। ਗੁਰੂ ਦੀ ਕਿਰਪਾ ਹੋਈ ਆ। ਰਿਸ਼ੀ ਵਾਲਮੀਕ ਜੀ, ਭਗਤ ਵਾਲਮੀਕ ਜੀ ਆਪਾਂ ਕਹਿ ਦਈਏ ਤਾਂ ਉਹਨਾਂ ਦੀ ਸਾਂਝ ਆਪ ਜੀ ਦੇ ਨਾਲ ਪਾਈ ਗਈ ਆ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਨੂੰ ਲੋਕ ਸ਼ੂਦਰ ਕਹਿੰਦੇ ਸੀ, ਨਾਮਦੇਵ ਜੀ ਨੂੰ ਲੋਕਾਂ ਨੇ ਧੱਕੇ ਮਾਰੇ ਸੀ, ਭਗਤ ਰਵਿਦਾਸ ਜੀ ਨੂੰ ਲੋਕ ਚਮਾਰ ਕਹਿੰਦੇ ਸੀ, ਬਹੁਤ ਗੱਲਾਂ ਬਣਾਉਂਦੇ ਸੀਗੇ। ਪਰ ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਜਿਹੜਾ ਨਾਮ ਜਪੇਗਾ ਨਾ, ਉਹਦੀ ਚੜ੍ਹਦੀ ਕਲਾ ਹੋਣੀ ਹੋਣੀ ਆ, ਉਹਨੂੰ ਕੋਈ ਰੋਕ ਨਹੀਂ ਸਕਦੀ ਦੁਨੀਆ ਦੀ ਤਾਕਤ। ਤਾਂ ਆਪਾਂ ਵੀ ਆਓ ਭਾਈ ਰੱਬ ਦਾ ਨਾਮ ਜਪੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ। ਭੁੱਲ ਚੁੱਕ ਦੀ ਖਿਮਾ ਜੀ। ਸਤਿਗੁਰੂ ਮਹਾਰਾਜ ਰਹਿਮਤ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਬਸੇ, ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ। ਸਿੱਖਿਆ ਬੜੀ ਵੱਡੀ ਮਿਲ ਗਈ ਆ। ਮਹਾਂਪੁਰਖਾਂ ਦਾ ਸਤਿਕਾਰ ਕਿਵੇਂ ਕਰਨਾ, ਲੰਗਰ ਦੀ ਇੱਕ ਮਰਿਆਦਾ ਕੀ ਹੈ, ਸਭ ਕੁਝ ਪਤਾ ਲੱਗ ਗਿਆ। ਨਿਮਰਤਾ ਬੜੀ ਜ਼ਰੂਰੀ ਆ। ਜੇ ਕਿਸੇ ਨੂੰ ਘਰ ਵਿੱਚ ਬੁਲਾ ਕੇ ਪ੍ਰਸ਼ਾਦਾ ਛਕਾਉਣਾ, ਜੇ ਮਨ ਵਿੱਚ ਵਿਚਾਰ ਰੱਖਣੇ ਆ, ਛਕਾਇਆ ਪੂਰਾ ਵੀ ਨਹੀਂ ਲੱਗਣਾ, ਇਹ ਵੀ ਆਪਾਂ ਨੂੰ ਪਤਾ ਲੱਗ ਗਿਆ। ਸਤਿਗੁਰੂ ਜੀ ਕਿਰਪਾ ਕਰਨ, ਦੇਹੋ ਸੱਜਣੇ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।